ਅੱਗੇ ਵਧਾਂਗੇ। ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਹੈ। ਕੋਰ ਕਮੇਟੀ, ਵਰਕਿੰਗ ਕਮੇਟੀ ਭੰਗ ਕਰ ਦਿੱਤੇ ਨੇ। ਪਾਰਟੀ ਦੇ ਸਾਰੇ ਵਿੰਗ ਜਿਹੜੇ ਨੇ ਉਹ ਭੰਗ ਕੀਤੇ ਨੇ। ਪਾਰਟੀ ਦੇ ਜਨਰਲ ਸੈਕਟਰੀ ਵੀ ਹਟਾਏ ਜਾ ਚੁੱਕੇ ਨੇ। ਸੋ ਅਕਾਲੀ ਦਲ ਦੇ ਵੱਲੋਂ ਕਹਿ ਸਕਦੇ ਹਾਂ ਕਿ ਇਹ ਝੁੱਦਾ ਕਮੇਟੀ ਦੀ ਰਿਪੋਰਟ ਤੋਂ ਬਾਅਦ ਐਕਸ਼ਨ ਲਿਆ ਗਿਆ ਹੈ ਔਰ ਇਹਨਾਂ ਬਿੱਲ ਨੂੰ ਲਾਗੂ ਕਰਨ ਦਾ ਜ਼ਿਕਰ ਕੀਤਾ ਜਾ ਰਿਹਾ ਸੀ। ਕੋਰ ਕਮੇਟੀ, ਵਰਕਿੰਗ ਕਮੇਟੀ ਭੰਗ ਕਰ ਦਿੱਤੀ ਗਈ ਹੈ। ਪਾਰਟੀ ਦੇ ਸਾਰੇ ਵਿੰਗ ਜਿਹੜੇ ਨੇ ਉਹ ਵੀ ਭੰਗ ਕਰ ਦਿੱਤੇ ਗਏ ਨੇ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣਾ ਸਾਰਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਗਿਆ। ਪਰ ਦੱਸ ਦਈਏ ਕਿ ਪ੍ਰਧਾਨਗੀ ਬਰਕਰਾਰ ਹੈ, ਯਾਨੀ ਕਿ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਅਜੇ ਵੀ ਸੁਖਬੀਰ ਬਾਦਲ ਹੀ ਨੇ। ਝੁੱਦਾ ਕਮੇਟੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ। ਚੋਣਾਂ ਤੋਂ ਬਾਅਦ ਵਿਧਾਨ ਸਭਾ ਦੇ ਜੋ ਨਤੀਜੇ ਆਏ 2022 ਦੇ, ਉਸ ਤੋਂ ਬਾਅਦ ਇਹ ਰਿਪੋਰਟ ਬਣਾਉਣ ਨੂੰ ਕਿਹਾ ਗਿਆ ਕਿ ਗਰਾਊਂਡ ਤੇ ਜਾ ਕੇ ਰਿਪੋਰਟ ਬਣਾਈ ਗਈ ਔਰ ਜਿਸ ਵੇਲੇ ਰਿਪੋਰਟ ਆਈ ਤਾਂ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਉਸ ਨੂੰ ਰੱਖਿਆ ਗਿਆ ਔਰ ਉਸ ਤੋਂ ਬਾਅਦ ਇਨ ਬਿਨ ਲਾਗੂ ਕਰਨ ਦਾ ਜ਼ਿਕਰ ਕੀਤਾ ਗਿਆ। ਤਾਂ ਹੁਣ ਇਹ ਬੀਤੇ ਦਿਨ ਫੈਸਲਾ ਲਿਆ ਗਿਆ ਕਿ ਆਖਰਕਾਰ ਸਾਰਾ ਜਥੇਬੰਦਕ ਢਾਂਚਾ ਇੱਕ ਵਾਰ ਭੰਗ ਕੀਤਾ ਜਾਏਗਾ, ਉਸ ਨੂੰ ਦੁਬਾਰਾ ਖੜਾ ਕੀਤਾ ਜਾਏਗਾ। ਯਾਨੀ ਕਿ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਬਦਲੀਆਂ ਜਾਣਗੀਆਂ, ਜ਼ਿੰਮੇਵਾਰੀਆਂ ਨਵਿਆਂ ਨੂੰ ਵੀ ਦਿੱਤੀਆਂ ਜਾ ਸਕਦੀਆਂ ਨੇ, ਇਹ ਵੀ ਮੰਨਿਆ ਜਾ ਸਕਦਾ ਹੈ। ਸੋ ਇੱਕ ਵਾਰ ਗ੍ਰਾਫਿਕ ਦੇ ਜ਼ਰੀਏ ਨਜ਼ਰ ਪਾਉਂਦੇ ਆ। ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ ਹੋਇਆ ਹੈ। ਕੋਰ ਕਮੇਟੀ, ਵਰਕਿੰਗ ਕਮੇਟੀ ਭੰਗ ਕਰ ਦਿੱਤੇ ਗਏ ਨੇ। ਪਾਰਟੀ ਦੇ ਦੱਸੀਏ ਕਿ ਸਾਰੇ ਵਿੰਗ ਜਿਹੜੇ ਨੇ ਉਹ ਭੰਗ ਕਰ ਦਿੱਤੇ ਗਏ ਨੇ। ਯਾਨੀ ਕਿ ਵੱਖੋ-ਵੱਖ ਵਿੰਗ ਜਿਨ੍ਹਾਂ ਦੇ ਵਿੱਚ ਵੱਖੋ-ਵੱਖ ਲੋਕਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਉਹ ਭੰਗ ਕੀਤੇ ਗਏ ਨੇ। ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਗਿਆ ਪਰ ਪ੍ਰਧਾਨਗੀ ਬਰਕਰਾਰ ਹੈ। ਇਸ ਦਾ ਜ਼ਿਕਰ ਵੀ ਕਰਨਾ ਯੋਗ ਹੈ ਔਰ ਕੋਰ ਕਮੇਟੀ, ਵਰਕਿੰਗ ਕਮੇਟੀ ਭੰਗ ਕਰ ਦਿੱਤੇ ਗਏ ਨੇ। ਇਸ ਤੋਂ ਇਲਾਵਾ ਪਾਰਟੀ ਦੇ ਸਾਰੇ ਵਿੰਗ ਜਿਹੜੇ ਨੇ ਉਹ ਭੰਗ ਕੀਤੇ ਗਏ ਨੇ ਤਾਂ ਕਿ ਦੁਬਾਰਾ ਤੋਂ ਉਹਨਾਂ ਨੂੰ ਨਵੇਂ ਸਿਰੇ ਤੋਂ ਬਣਾ ਕੇ ਨਵੇਂ ਸਿਰੇ ਤੋਂ ਜਿਹੜਾ ਕੰਮ ਹੈ ਉਹ ਸ਼ੁਰੂ ਕੀਤਾ ਜਾ ਸਕੇ। ਪਾਰਟੀ ਦੇ ਜਨਰਲ ਸੈਕਟਰੀ ਵੀ ਹਟਾ ਦਿੱਤੇ ਗਏ ਨੇ। ਉਹ ਸਿੱਧੇ ਤੌਰ ਤੇ ਵੱਡੀਆਂ ਜ਼ਿੰਮੇਵਾਰੀਆਂ ਹੋਰ ਲੋਕਾਂ ਨੂੰ ਮਿਲ ਸਕਦੀਆਂ ਨੇ, ਇਹ ਵੀ ਮੰਨਿਆ ਜਾ ਸਕਦਾ ਹੈ। ਝੁੱਦਾ ਕਮੇਟੀ ਦੀ ਰਿਪੋਰਟ ਤੋਂ ਬਾਅਦ ਇਸ ਨੂੰ ਲਾਗੂ ਕੀਤਾ ਗਿਆ ਸਿਫਾਰਿਸ਼ਾਂ ਨੂੰ ਔਰ ਸੁਖਬੀਰ ਬਾਦਲ ਜਿਹੜੇ ਨੇ ਉਹ ਪ੍ਰਧਾਨ ਬਣੇ ਰਹਿਣਗੇ। ਢਾਂਚਾ ਭੰਗ ਕੀਤਾ ਗਿਆ, ਪ੍ਰਧਾਨਗੀ ਬਰਕਰਾਰ ਹੈ। ਔਰ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੱਸੀ ਕਿ ਹੋਰ ਕਮਸਾਨ ਵੱਧਦਾ ਨਜ਼ਰ ਆ ਰਿਹਾ ਹੈ। ਜਗਮੀਤ ਬਰਾੜ ਉਹਨਾਂ ਦਾ ਜ਼ਿਕਰ ਕਰਾਂਗੇ ਜਿਨ੍ਹਾਂ ਨੇ ਸੁਖਬੀਰ ਬਾਦਲ ਦਾ ਅਸਤੀਫਾ ਮੰਗਿਆ। ਪਾਰਟੀ ਦੀ ਮਜ਼ਬੂਤੀ ਦੇ ਲਈ ਦੱਸਦੀ ਕਿ ਸੁਝਾਅ ਦਿੱਤੇ ਗਏ ਨੇ। ਜਗਮੀਤ ਬਰਾੜ ਦੇ ਵੱਲੋਂ ਸੁਖਬੀਰ ਬਾਦਲ ਦਾ ਅਸਤੀਫਾ ਮੰਗਿਆ ਗਿਆ। ਪਾਰਟੀ ਦੀ ਮਜ਼ਬੂਤੀ ਦੇ ਲਈ ਉਹਨਾਂ ਨੇ ਸੁਝਾਅ ਦਿੱਤੇ ਨੇ ਜਿਸ ਦੇ ਵਿੱਚ ਇਸ ਦਾ ਵੀ ਜ਼ਿਕਰ ਹੈ ਕਿ ਸੁਖਬੀਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਪਾਰਟੀ ਪ੍ਰਧਾਨ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 10 ਸਾਲ ਬਾਅਦ ਜਿਹੜਾ ਉਹ ਬਦਲਣਾ ਤੈਅ ਹੋਵੇ ਕਿ ਆਖਰਕਾਰ 10 ਸਾਲ ਬਾਅਦ ਪ੍ਰਧਾਨ ਬਦਲਿਆ ਜਾਵੇ। 3 ਕਾਰਜਕਾਰੀ ਪ੍ਰਧਾਨ ਲਗਾਏ ਜਾਣ, ਇਹ ਵੀ ਉਹਨਾਂ ਨੇ ਕਿਹਾ। ਕਾਰਜਕਾਰੀ ਪ੍ਰਧਾਨਾਂ ਦੇ ਲਈ ਨਾਮਾਂ ਦਾ ਵੀ ਸੁਝਾਅ ਦਿੱਤਾ। ਸੋ ਖਾਸ ਤੌਰ ਤੇ ਜ਼ਿਕਰ ਕੀਤਾ ਜਾਵੇ ਤਾਂ ਮਨਪ੍ਰੀਤ ਇਆਲੀ, ਗੁਰਪ੍ਰਤਾਪ ਵਡਾਲਾ, ਆਦੇਸ਼ ਪ੍ਰਤਾਪ ਕੈਰੋ ਤੇ ਰਵੀ ਕਰਨ ਸਿੰਘ ਕਾਲੋ ਨੂੰ ਕਾਰਜਕਾਰੀ ਪ੍ਰਧਾਨ ਦੀ ਬਣਾਉਣ ਦੀ ਜਿਹੜੀ ਹੈ ਵਕਾਲਤ ਕੀਤੀ ਗਈ ਹੈ। ਸੋ 3 ਕਾਰਜਕਾਰੀ ਪ੍ਰਧਾਨ ਜਿਹੜੇ ਨੇ ਉਹ ਵੀ ਲਗਾਏ ਜਾਣ, ਉਹਨਾਂ ਦੇ ਵੱਲੋਂ ਕਿਹਾ ਗਿਆ। 11 ਮੈਂਬਰੀ ਪਾਰਲੀਮੈਂਟਰੀ ਬੋਰਡ ਦਾ ਜ਼ਿਕਰ ਕੀਤਾ ਗਿਆ ਔਰ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਸੁਖਬੀਰ ਬਾਦਲ, ਉਸ ਚਿੱਠੀ ਦੇ ਵਿੱਚ ਵੀ ਇਹ ਜ਼ਿਕਰ ਕੀਤਾ ਗਿਆ। ਸੋ ਉਸ ਤੋਂ ਬਾਅਦ ਪਾਰਟੀ ਪ੍ਰਧਾਨ ਦਾ ਕਾਰਜਕਾਲ 10 ਸਾਲ ਤੈਅ ਹੋਵੇ, ਯਾਨੀ ਕਿ 10 ਸਾਲ ਤੈਅ ਹੋਣਾ ਚਾਹੀਦਾ। ਉਸ ਤੋਂ ਬਾਅਦ ਬਦਲਿਆ ਵੀ ਜਾ ਸਕਦਾ, ਬਰਕਰਾਰ ਵੀ ਰਹਿ ਸਕਦਾ, ਪਰ ਉਸ ਤੋਂ ਬਾਅਦ ਕੋਖ ਕਹਿ ਸਕਦੇ ਹਾਂ ਉਸ ਦੇ ਵਿੱਚ ਲਿਖਿਆ ਗਿਆ ਹੋਣੀ ਚਾਹੀਦੀ ਹੈ। 3 ਕਾਰਜਕਾਰੀ ਪ੍ਰਧਾਨ ਵੀ ਜਿਹੜੇ ਨੇ ਉਹ ਲਗਾਏ ਜਾਣ ਔਰ 11 ਮੈਂਬਰੀ ਪਾਰਲੀਮੈਂਟਰੀ ਬੋਰਡ ਬਣਾਉਣ ਦੀ ਮੰਗ ਕੀਤੀ ਗਈ ਹੈ। ਤਾਂ ਖਾਸ ਤੌਰ ਤੇ ਜਗਮੀਤ ਬਰਾੜ ਦਾ ਜ਼ਿਕਰ ਕਰਦੇ ਆ ਤਾਂ ਉਹਨਾਂ ਦੇ ਵੱਲੋਂ ਜਿਹੜਾ ਇਹ ਜ਼ਿਕਰ ਕੀਤਾ ਗਿਆ ਆਪਣੀ ਚਿੱਠੀ ਦੇ ਵਿੱਚ ਔਰ ਸੁਝਾਅ ਦਿੱਤੇ ਗਏ ਨੇ। ਪਰ ਕਾਫੀ ਅਹਿਮ ਗੱਲਾਂ ਨੇ। ਸਿੱਧਾ ਚੱਲਦੇ ਆ, ਪੰਕਜ ਕਪਾਹੀ ਨੇ ਮੇਰੇ ਸਹਿਯੋਗੀ ਜ਼ਿਆਦਾ ਗੱਲਬਾਤ ਦੇ ਲਈ। ਪੰਕਜ, ਜੇਕਰ ਮੇਰੀ ਆਵਾਜ਼ ਪਹੁੰਚ ਪਾ ਰਹੀ ਹੈ ਤਾਂ ਬਹੁਤ ਅਹਿਮ ਚਿੱਠੀ ਇਸ ਨੂੰ ਮੰਨ ਸਕਦੇ ਹਾਂ ਔਰ ਜਿਸ ਦੇ ਵਿੱਚ ਇੱਥੋਂ ਤੱਕ ਜ਼ਿਕਰ ਕਰ ਦਿੱਤਾ ਗਿਆ ਕਿ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਦੇਣ। ਕਿਸ ਮਾਇਨੇ ਦੇ ਵਿੱਚ ਇਸ ਨੂੰ ਚਿੱਠੀ ਨੂੰ ਵੇਖਿਆ ਜਾਵੇ? ਦੇਖੋ, ਜਗਮੀਤ ਸਿੰਘ ਬਰਾੜ ਹੀ ਨਹੀਂ, ਮਨਪ੍ਰੀਤ ਸਿੰਘ ਇਆਲੀ ਵੀ ਖਫਾ ਨਜ਼ਰ ਆ ਰਹੇ ਨੇ। ਉਹ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਪਾਰਟੀ ਦੇ ਨਜ਼ਰ ਨਹੀਂ ਆ ਰਹੇ। ਉਹਨਾਂ ਨੇ ਤਾਂ ਇੱਥੋਂ ਤੱਕ ਵੋਟ ਵੀ ਜਿਹੜੀ ਹੈ ਉਹ ਰਾਸ਼ਟਰਪਤੀ ਦੇ ਜਿਹੜੇ ਉਮੀਦਵਾਰ ਸੀਗੇ ਉਹਨਾਂ ਨੂੰ ਨਹੀਂ ਪਾਈ ਸੀਗੀ। ਤਾਂ ਅਜਿਹੇ 'ਚ ਉਸ ਤੋਂ ਪਹਿਲਾਂ ਅਸੀਂ ਇਹ ਦੇਖਿਆ ਕਿ ਪ੍ਰੇਮ ਸਿੰਘ ਚੰਦੂਮਾਜਰਾ ਖਫਾ ਸੀ, ਉਹ ਕੋਰ ਕਮੇਟੀ ਦੇ ਵਿੱਚ ਨਹੀਂ ਪਹੁੰਚੇ। ਕੱਲ ਸੁਖਬੀਰ ਬਾਦਲ ਉਹਨਾਂ ਨੂੰ ਮਨਾਉਣ ਦੇ ਲਈ ਪਹੁੰਚੇ। ਤਾਂ ਅਕਾਲੀ ਦਲ ਦੇ ਵਿੱਚ ਲਗਾਤਾਰ ਕਿਤੇ ਨਾ ਕਿਤੇ ਰੇੜਕਾ ਬਣਿਆ ਹੋਇਆ। ਕੱਲ ਇਸੇ ਵਜ੍ਹਾ ਕਰਕੇ ਝੁੱਦਾ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਮੰਨਦੇ ਹੋਏ ਜਿਹੜੀ ਪੂਰਾ ਢਾਂਚਾ ਸੀਗਾ ਉਸ ਨੂੰ ਭੰਗ ਕਰ ਦਿੱਤਾ ਗਿਆ। ਨਵਾਂ ਢਾਂਚਾ ਜਿਹੜਾ ਉਹ ਤਿਆਰ ਕੀਤਾ ਜਾਏਗਾ। ਤਾਂ ਅਜਿਹੇ 'ਚ ਪ੍ਰਧਾਨ ਬਦਲਣ ਦੀ ਮੰਗ ਵੀ ਲਗਾਤਾਰ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਬਦਲਿਆ ਜਾਏਗਾ, ਨਹੀਂ ਬਦਲਿਆ ਜਾਏਗਾ। 1 ਤੇ 2 ਤਰੀਕ ਨੂੰ ਫਿਰ ਤੋਂ ਕੋਰ ਕਮੇਟੀ ਦੀ ਬੈਠਕ ਹੋਏਗੀ ਔਰ ਉਸ ਦੇ ਵਿੱਚ ਇਹ ਫੈਸਲਾ ਲੈਣ ਦੀ ਕੋਸ਼ਿਸ਼ ਜਿਹੜੀ ਉਹ ਰਹੇਗੀ।
ਬਿਲਕੁਲ ਪੰਕਜ, ਕਾਫੀ ਅਹਿਮ ਹੈ ਔਰ ਜਿਸ ਤਰ੍ਹਾਂ ਦੇ ਨਾਲ ਹੁਣ ਇੱਕ ਕਾਰਵਾਈ ਵੀ ਵੇਖੀ ਗਈ ਹੈ, ਸਿਫਾਰਸ਼ਾਂ ਲਾਗੂ ਹੋਈਆਂ ਨੇ। ਬਹੁਤ-ਬਹੁਤ ਸ਼ੁਕਰੀਆ ਫਿਲਹਾਲ तमाम ਜਾਣਕਾਰੀ ਦੇ ਲਈ, ਧੰਨਵਾਦ ਹੈ। ਤਾਂ ਜਥੇਬੰਦਕ ਢਾਂਚਾ ਦਾ ਜ਼ਿਕਰ ਅਸੀਂ ਕਰ ਰਹੇ ਹਾਂ। ਜਥੇਬੰਦਕ ਢਾਂਚਾ ਜਿਸ ਤਰ੍ਹਾਂ ਦੇ ਨਾਲ ਇੱਕ ਹਾਇਰਾਰਕੀ ਦੇ ਮੁਤਾਬਿਕ ਵੱਖੋ-ਵੱਖ ਇੱਕ ਪਾਰਟੀ ਦੇ ਵਿੱਚ ਵਿੰਗ ਬਣਾਏ ਹੁੰਦੇ ਨੇ, ਸੋ ਉਹਨਾਂ ਨੂੰ ਭੰਗ ਕਰ ਦਿੱਤਾ ਗਿਆ ਹੈ ਔਰ ਕਿਤੇ ਨਾ ਕਿਤੇ ਹੁਣ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਜੋ ਇਹ ਚਿੱਠੀ ਵੀ ਲਿਖੀ ਗਈ ਹੈ ਔਰ ਖੁਦ ਚਰਨਜੀਤ ਸਿੰਘ ਬਰਾੜ ਸਾਡੇ ਨਾਲ ਫੋਨ ਲਾਈਨ ਤੇ ਨੇ, ਅਕਾਲੀ ਆਗੂ ਨੇ। ਬਰਾੜ ਸਾਹਿਬ, ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਤੇ। ਜੀ ਧੰਨਵਾਦ ਜੀ। ਜੀ, ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਜੋ ਸਿਫਾਰਸ਼ਾਂ ਵੀ ਲਾਗੂ ਕਰਨ ਨੂੰ ਇਨ ਬਿਨ ਲਾਗੂ ਕਰਨ ਨੂੰ ਲੈ ਕੇ ਅਸੀਂ ਕੱਲ ਪਹਿਲੀ ਕਾਰਵਾਈ ਜਿਹੜੀ ਹੈ ਸਭ ਨੇ ਵੇਖੀ ਹੈ, ਜਥੇਬੰਦਕ ਢਾਂਚਾ ਭੰਗ ਕੀਤਾ ਗਿਆ, ਤਾਂ ਅੱਗੇ ਵਾਸਤੇ ਹੋਰ ਕੀ ਕੁਝ ਅਸੀਂ ਵੇਖ ਪਾ ਰਹੇ ਹਾਂ ਜਾਂ ਕਿਸ ਤਰ੍ਹਾਂ ਦੇ ਨਾਲ ਪਾਰਟੀ ਸੋਚ ਰਹੀ ਹੈ ਕਿ ਅੱਗੇ ਹੁਣ ਸੁਧਾਰ ਕਰਨਾ ਹੈ, ਹੋਰ ਕੀ ਕੁਝ ਕਾਰਵਾਈ ਅਸੀਂ ਵੇਖਣ ਨੂੰ ਜਿਹੜੀ ਹੈ ਮਿਲ ਸਕਦੀ ਹੈ? ਦੇਖੋ, ਮੈਂ ਇੱਕ ਗੱਲ ਕਹਾਂ ਕਿ ਇਹ ਅਧਿਕਾਰ ਖੇਤਰ ਤਾਂ ਨਹੀਂ ਹੈ ਮੇਰਾ ਹਾਲੇ ਤੱਕ ਮੈਂ ਡਿਟੇਲ ਦੱਸ ਸਕਾਂ, ਪਰ ਇੰਨੀ ਗੱਲ ਹੈ ਕਿ ਜੋ ਰਿਪੋਰਟ ਝੁੰਦਾ ਕਮੇਟੀ ਨੇ ਬਣਾਈ ਹੈ ਉਹ ਹੂਬਹੂ ਲਾਗੂ ਜਿਹੜੀ ਹੈ ਉਹ ਹੋਏਗੀ। ਉਹਦੀ ਸਭ ਤੋਂ ਪਹਿਲੀ ਕੜੀ ਦੇ ਵਿੱਚ ਇਹ ਹੈਗਾ ਕਿ ਢਾਂਚਾ ਜਿਹੜਾ ਹੈਗਾ ਉਹਦੇ 'ਚ ਵੱਡੀਆਂ ਤਬਦੀਲੀਆਂ ਦੀ ਉਹਨਾਂ ਨੇ ਸਿਫਾਰਿਸ਼ ਜਿਹੜੀ ਆ ਉਹ ਕੀਤੀ ਹੈ, ਤੇ ਇਸ ਕਰਕੇ ਸਭ ਤੋਂ ਪਹਿਲਾਂ ਸੀਗਾ ਕਿ ਢਾਂਚਾ ਭੰਗ ਕੀਤਾ ਜਾਵੇ ਔਰ ਭੰਗ ਕਰਕੇ ਨਵੇਂ ਸਿਰੋਂ ਜਿਹੜਾ ਸੀਗਾ ਉਹ ਆਪਾਂ ਬਣਾਇਆ ਜਾਵੇ। ਉਸੇ ਦੇ ਮੱਦੇ ਨਜ਼ਰ ਮੈਂ ਕਹਿ ਸਕਦਾ ਕਿ ਢਾਂਚਾ ਭੰਗ ਹੋਇਆ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕੱਲੀ ਗੱਲ ਜਿਹੜੀ ਹੈਗੀ ਹੈ ਝੁੰਦਾ ਕਮੇਟੀ ਦੀ ਉਹ ਲਾਗੂ ਕਰਾਂਗੇ ਔਰ ਪਾਰਟੀ ਨੂੰ ਬਹੁਤ ਮਜ਼ਬੂਤੀ ਵੱਲ ਨੂੰ ਸਮੁੱਚੇ ਪਾਰਟੀ ਦੀ ਲੀਡਰਸ਼ਿਪ ਜਿਹੜੀ ਆ ਉਹ ਲੈ ਕੇ ਜਾਊਗੀ। ਜੀ, ਅਜਿਹੇ ਬਹੁਤ ਸਾਰੇ 3 ਲੀਡਰ ਨੇ, ਸੀਨੀਅਰ ਲੀਡਰ ਨੇ ਬਰਾੜ ਸਾਹਿਬ, ਇਹ ਤੁਸੀਂ ਵੀ ਜਾਣਦੇ ਹੋ ਕਿ ਜਿਨ੍ਹਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਔਰ ਨਾਰਾਜ਼ਗੀ ਵੀ ਕਿਤੇ ਨਾ ਕਿਤੇ ਜਗ ਜ਼ਾਹਿਰ ਹੋ ਚੁੱਕੀ ਹੈ। ਖਾਸ ਤੌਰ ਤੇ ਜਗਮੀਤ ਬਰਾੜ ਦਾ ਜ਼ਿਕਰ ਕਰਾਂਗੇ, ਜਿਨ੍ਹਾਂ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਸੁਖਬੀਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਪ੍ਰਧਾਨਗੀ ਤੋਂ। ਉਸ ਦੇ ਬਾਰੇ ਕੀ ਕਹੋਗੇ? ਦੇਖੋ, ਇਹ ਜਿਹੜੀ ਚਿੱਠੀ ਤੇ ਸੁਝਾਅ ਹੈ ਇਹ ਉਸੇ ਦਿਨ ਹੀ ਆਏ ਸੀਗੇ ਔਰ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਸੀ ਉਸੇ ਦੇ ਵਿੱਚ ਹੀ ਉਹਨਾਂ ਨੇ ਆਪਦੇ ਦੂਜਾ ਉਹ ਕੀ ਕਹਿੰਦੇ ਆ ਸੈਕਟਰੀ ਜਨਰਲ ਜਿਹੜੇ ਸਰਦਾਰ ਹੁੰਦੜ ਸਾਹਿਬ ਨੇ ਉਹਨਾਂ ਨੂੰ ਦਿੱਤੇ ਸੀ ਔਰ ਕਿਸੇ ਨੇ ਵੀ ਕੋਈ ਸੁਝਾਅ ਦੇਣਾ ਹੈ ਇਹ ਉਹਨਾਂ ਦੀ ਨਿੱਜੀ ਰਾਏ ਹੋ ਸਕਦੀ ਹੈ, ਪਰ ਉਹਨਾਂ ਨੇ ਨਾਲ ਬੈਠ ਕੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਸਾਰੇ ਅਧਿਕਾਰ ਪ੍ਰਧਾਨ ਸਾਹਿਬ ਨੂੰ ਦੇਤੇ ਹੈ ਔਰ ਜਿਹੜੀ ਕਮੇਟੀ ਦੀ ਰਿਪੋਰਟ ਹੈ ਉਹ ਹੂਬਹੂ ਲਾਗੂ ਕਰਨ ਦਾ ਫੈਸਲਾ ਜਿਹੜਾ ਹੈ ਉਹ ਪ੍ਰਵਾਨ ਕਰ ਰਿਹਾ ਹੈ, ਤਾਂ ਉਸ ਵੇਲੇ ਉਹ ਨਾਲ ਹੀ ਬੈਠੇ ਸੀਗੇ। ਇਹ ਸੁਝਾਅ ਉਹਨਾਂ ਦੇ ਨਿੱਜੀ ਵਿਚਾਰ ਸੀ, ਇਸੇ ਕਰਕੇ ਉਹਨਾਂ ਨੇ ਇੰਡੀਵਿਜੂਅਲੀ ਲਿਖ ਕੇ ਦਿੱਤੇ ਸੀ, ਤੇ ਇੰਡੀਵਿਜੂਅਲੀ ਵਿਚਾਰ ਕਿਸੇ ਦੇ ਕੁਝ ਵੀ ਹੋ ਸਕਦੇ ਆ। 100% ਰਿਜੈਕਟ ਨਹੀਂ ਕੀਤੇ ਜਾ ਸਕਦੇ, 100% ਕਿਸੇ ਦੇ ਪ੍ਰਵਾਨ ਨਹੀਂ ਕੀਤੇ ਜਾ ਸਕਦੇ। ਤਾਂ ਪਾਰਟੀ ਦਾ ਇੱਕ ਕਹਿ ਲਈਏ ਕਿ ਯੂਨੈਨਿਮਸਲੀ ਕੋਰ ਕਮੇਟੀ ਦਾ ਤੇ ਵੱਖ-ਵੱਖ ਕਮੇਟੀਆਂ ਦੇ ਫੈਸਲੇ ਹੁੰਦੇ ਆ। ਠੀਕ ਹੈ, ਚਰਨਜੀਤ ਜੀ ਜੁੜੇ ਰਹੋ ਸਾਡੇ ਨਾਲ। ਦੂਸਰੇ ਪਾਸੇ ਮਨਪ੍ਰੀਤ ਇਆਲੀ ਹੋਰੀ ਫੋਨ ਲਾਈਨ ਤੇ ਜੁੜ ਚੁੱਕੇ ਨੇ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ। ਇਆਲੀ ਸਾਹਿਬ, ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਤੇ। ਥੈਂਕ ਯੂ ਜੀ, ਧੰਨਵਾਦ ਜੀ। ਜੀ, ਕੀ ਕਹਿਣਾ ਚਾਹੋਗੇ ਤੁਸੀਂ? ਕਹਿ ਸਕਦੇ ਹਾਂ ਕਿ ਹਾਲ ਹੀ ਦੇ ਵਿੱਚ ਜੋ ਪਹਿਲੀ ਆਵਾਜ਼ ਬੁਲੰਦ ਕੀਤੀ ਗਈ ਹੈ, ਫਿਰ ਜੋ ਕੁਝ ਸਹੀ ਨਹੀਂ ਲੱਗਿਆ ਪਾਰਟੀ ਦੇ ਵਿੱਚ ਉਹ ਬੋਲਣ ਵਾਲੇ ਤੁਸੀਂ ਸੀਗੇ ਪਹਿਲੇ, ਤਾਂ ਹੁਣ ਉਸ ਤੋਂ ਬਾਅਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਜਗਮੀਤ ਬਰਾੜ ਦੇ ਸੁਝਾਅ ਵੀ ਆ ਗਏ ਨੇ, ਤਾਂ ਜੋ ਕਾਰਵਾਈ ਕੱਲ ਪਾਰਟੀ ਨੇ ਕੀਤੀ ਹੈ, ਜਥੇਬੰਦਕ ਢਾਂਚਾ ਭੰਗ ਕੀਤਾ ਹੈ, ਨਵੇਂ ਸਿਰੋਂ ਤੋਂ ਬਣਾਉਣਾ ਹੈ, ਉਸ ਨੂੰ ਲੈ ਕੇ ਕਿਵੇਂ ਵੇਖ ਰਹੇ ਹੋ? ਸਭ ਤੋਂ ਪਹਿਲਾਂ ਦੇਖੋ, ਅਸੀਂ ਪਾਰਟੀ ਦੇ ਵਫਾਦਾਰ ਸਿਪਾਹੀ ਹਾਂ, 23 ਸਾਲ ਤੋਂ ਪਾਰਟੀ ਲਈ ਕੰਮ ਕਰਦੇ ਹਾਂ। ਸਾਡਾ ਇੱਕੋ ਇੱਕ ਏਜੰਡਾ ਇਸ ਪਾਰਟੀ ਨੂੰ ਮਜ਼ਬੂਤ ਕਰਨਾ। ਜੋ 100 ਹਲਕੇ 'ਚ ਕਮੇਟੀ ਗਈ ਆ ਉੱਥੋਂ ਜੋ ਵੀ ਸੁਝਾਅ ਆਏ ਨੇ ਉਹ ਲਾਗੂ ਕਰਨੇ ਨੇ। ਹਜੇ ਉਹਦੇ ਤੇ ਹੁਣ ਦੇਖੋ ਸਾਡੀ ਮੀਟਿੰਗਾਂ ਵੀ ਚੱਲ ਰਹੀਆਂ। ਪ੍ਰਧਾਨ ਜੀ ਨਾਲ ਮੀਟਿੰਗ ਹੋਈ ਹੈ ਸੁਖਬੀਰ ਸਿੰਘ ਬਾਦਲ ਜੀ ਨਾਲ, ਸਾਡਾ ਉਹਨਾਂ ਨਾਲ ਨਿੱਜੀ ਬਹੁਤ ਪ੍ਰੇਮ ਹੈਗਾ, ਕੋਈ ਰੌਲਾ ਕੋਈ ਨਹੀਂ ਹੈਗਾ। ਸਾਡਾ ਰੌਲਾ ਤਾਂ ਪਾਰਟੀ ਦਾ ਜਾਂ ਸਿਧਾਂਤਾਂ ਦਾ, ਉਹ ਤੇ ਉਹਨਾਂ ਨੂੰ ਸਲਾਹ ਦਿੱਤੀ ਆ ਵੀ ਇਹਨਾਂ ਤੇ ਅਮਲ ਕਰੋ, ਪਾਰਟੀ ਕਿੱਦਾਂ ਮਜ਼ਬੂਤ ਹੋ ਸਕਦੀ ਹੈ ਜੀ। ਉਹ ਤੇ ਅਮਲ ਕਰਨਗੇ ਤਾਂ ਪਾਰਟੀ ਮਜ਼ਬੂਤ ਹੋਊਗੀ। ਸੋ ਕੁਝ ਇੰਟਰਨਲ ਗੱਲਾਂ ਨੇ ਪਾਰਟੀ ਦੀਆਂ, ਹਜੇ ਅਸੀਂ ਚਾਹੁੰਦੇ ਹਾਂ ਵੀ ਉਹ ਵਿਦਿਨ ਪਾਰਟੀ ਸਾਡੇ ਮਸਲੇ ਹੱਲ ਹੋ ਜਾਣ, ਅਸੀਂ ਉਹਨਾਂ ਨੂੰ ਜ਼ਿਆਦਾ ਡਿਸਕਲੋਜ਼ ਨਾ ਕਰੀਏ। ਠੀਕ ਹੈ ਇਆਲੀ ਸਾਹਿਬ, ਪਰ 3 ਪੁਆਇੰਟ ਅਜਿਹੇ ਕਿਹੜੇ ਨੇ ਜਿਹੜੇ ਅਸੀਂ ਫੌਰੀ ਤੌਰ ਤੇ ਸੋਚੀਏ ਜਾਂ ਫਿਰ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜੇਕਰ ਇਹ ਪਾਰਟੀ ਦੇ ਵਿੱਚ ਹੋ ਜਾਣ ਤਾਂ ਬਹੁਤ ਵਧੀਆ ਤਰੀਕੇ ਨਾਲ, ਕਿਉਂਕਿ ਸਭ ਨੇ ਵੇਖਿਆ ਨਤੀਜੇ ਕੀ ਨੇ ਔਰ ਇਹ ਪਾਰਟੀ ਵੀ ਚਿੰਤਾਜਨਕ ਹੈ ਇਸ ਚੀਜ਼ ਨੂੰ ਲੈ ਕੇ, ਉਹ ਵੀ ਵੇਖਿਆ ਜਾ ਰਿਹਾ। ਦੇਖੋ, ਕਈ ਮਸਲੇ ਹੈਗੇ ਨੇ, ਉਹ ਅਸੀਂ ਮੀਟਿੰਗ ਦੇ ਵਿੱਚ ਡਿਸਕਸ ਕਰ ਰਹੇ ਹਾਂ, ਉਹ ਹਜੇ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ। ਸਮਝ ਦੀ ਗੱਲਾਂ ਪਹਿਲਾਂ ਕਹਿ ਦਿੱਤੀਆਂ, ਉਹ ਸਾਰੀਆਂ ਗੱਲਾਂ ਤਾਂ ਉਹੀ ਨੇ ਜਿਹੜੀਆਂ ਮੈਂ ਪਹਿਲਾਂ ਕਹੀਆਂ ਨੇ ਨਾ। ਉਹਦੇ ਤੇ ਸਾਡਾ ਸਟੈਂਡ ਪੂਰਾ ਕਾਇਮ ਹੈਗਾ। ਜੋ ਮੈਂ ਜਿਸ ਦਿਨ ਬਾਈਕਾਟ ਕੀਤਾ ਉਸ ਦਿਨ ਜਿਹੜੀਆਂ ਗੱਲਾਂ ਕਹੀਆਂ ਨੇ ਉਹਨਾਂ ਗੱਲਾਂ ਤੇ ਅਸੀਂ ਕਾਇਮ ਹੈਗੇ ਸਾਰੀਆਂ ਤੇ। ਜਗਮੀਤ ਬਰਾੜ ਦੇ ਜਗਮੀਤ ਬਰਾੜ ਦੇ ਸੁਝਾਅ ਨੂੰ ਕਿਵੇਂ ਵੇਖ ਰਹੇ ਹੋ ਤੁਸੀਂ? ਉਹਨਾਂ ਦਾ ਕਹਿਣਾ ਸੁਖਬੀਰ ਬਾਦਲ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ, ਉਹਨਾਂ ਨੇ ਸਿੱਧਾ ਸੁਝਾਅ ਦੇ ਵਿੱਚ ਕਹਿ ਦਿੱਤਾ। ਦੇਖੋ, ਤਾਂ ਜਿਹੜੀ ਕਮੇਟੀ ਦੀ ਰਿਪੋਰਟ ਹੈਗੀ ਆ ਉਹਦੇ ਵਿੱਚ ਸਾਰਾ ਕੁਝ ਹੀ ਆ ਗਿਆ।
ਝੁੰਦਾ ਕਮੇਟੀ ਦੀ ਰਿਪੋਰਟ ਦੇ ਵਿੱਚ ਸਾਰਾ ਕੁਝ ਹੀ ਆਇਆ ਹੋਇਆ ਵਾ, ਉਹਦੇ ਤੇ ਅਮਲ ਕਰ ਲੈਣ, ਇਹ ਪਾਰਟੀ ਖੜੀ ਹੋ ਜਾਊਗੀ। ਨਹੀਂ, ਤੁਹਾਨੂੰ ਲੱਗਦਾ ਹੈ ਕਿਉਂਕਿ ਉਸ ਰਿਪੋਰਟ ਦੇ ਵਿੱਚ ਤਾਂ ਇਹ ਜਾਣਕਾਰੀ ਦਿੱਤੀ ਗਈ ਹੈ ਪ੍ਰੈਸ ਕਾਨਫਰੰਸ ਜੋ ਹੋਈ ਸੀ ਕਿ ਪ੍ਰਧਾਨ ਫਿਲਹਾਲ ਸੁਖਬੀਰ ਬਾਦਲ ਹੀ ਬਣੇ ਰਹਿਣਗੇ, ਤੁਸੀਂ ਕਹਿ ਰਹੇ ਹੋ ਉਸ ਦੇ ਵਿੱਚ ਇਹ ਜ਼ਿਕਰ ਹੈ ਕਿ ਉਹਨਾਂ ਨੂੰ ਬਦਲਣਾ ਚਾਹੀਦਾ? ਦੇਖੋ ਉਹ ਤਾਂ ਜਦੋਂ ਇਹ ਹਜੇ ਅਸੀਂ ਚਲੋ ਸਾਡਾ ਇੱਕ ਸੀਕ੍ਰੇਟ ਡਾਕੂਮੈਂਟ ਹੈਗਾ, ਉਹ ਅਜੇ ਜਦੋਂ ਕੋਈ ਨੌਬਤ ਆਊਗੀ ਫਿਰ ਉਹਦੇ ਤੇ ਗੱਲ ਕਰਾਂਗੇ। ਹਜੇ ਉਹਦੇ ਤੇ ਹਜੇ ਕੁਝ ਗੱਲਾਂ ਜਦ ਤੱਕ ਨਾ ਕਰੀਏ। ਅਸੀਂ ਵਿਦਨ ਪਾਰਟੀ ਲੀਡਰਸ਼ਿਪ ਤਬਦੀਲੀ ਦੀ ਮੈਂ ਉਸ ਦਿਨ ਗੱਲ ਕੀਤੀ ਆ, ਉਹਦੇ ਤੇ ਕੋਈ ਬੋਲਿਆ ਨਹੀਂ। ਉਹ ਲੀਡਰਸ਼ਿਪ ਤਬਦੀਲੀ ਵਰਡ ਜਿਹੜਾ ਹੈਗਾ ਉਹਦੇ ਵਿੱਚ ਲਿਖਿਆ ਹੋਇਆ, ਤੇ ਉਹਦੇ ਤੇ ਇਹਨਾਂ ਨੂੰ ਵਿਚਾਰ ਕਰਨਾ ਚਾਹੀਦਾ ਸਾਰਾ। ਸਾਨੂੰ ਮੀਟਿੰਗ 'ਚ ਬੁਲਾਉਣਗੇ, ਜੇ ਕੋਈ ਮੀਟਿੰਗ ਦੇ ਵਿੱਚ ਸਾਨੂੰ ਸੱਦਿਆ ਜਾਊ ਤੇ ਸਾਰੀਆਂ ਗੱਲਾਂ ਕਰਾਂਗੇ। ਅਯਾਲੀ ਸਾਹਿਬ, ਸਾਰੇ ਸੁਣ ਰਹੇ ਨੇ, ਪੰਜਾਬ ਦੇ ਦਰਸ਼ਕ ਨੇ, ਕੀ ਇਹ ਪੋਸੀਬਿਲਿਟੀ ਅਸੀਂ ਮੰਨ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਬਹੁਤ ਵੱਡਾ ਬਦਲਾਅ ਸ਼੍ਰੋਮਣੀ ਅਕਾਲੀ ਦਲ 'ਚ ਵੇਖਣ ਨੂੰ ਮਿਲ ਸਕਦਾ? ਦੇਖੋ, ਲੈ ਕੇ ਆਉਣਗੇ ਤਾਂ ਪਾਰਟੀ ਖੜੀ ਹੋਊਗੀ। ਜੇ ਬਦਲਾਅ ਲਿਆਉਣਗੇ, ਲੋਕਾਂ ਦੇ ਸੁਝਾਅ ਨੇ, ਉਹਨਾਂ ਤੇ ਅਮਲ ਕਰਨਗੇ ਤਾਂ ਪਾਰਟੀ ਖੜੀ ਹੋ ਜਾਣੀ ਹੈ ਜੀ। ਗੱਲ ਹੀ ਕੋਈ ਨਹੀਂ, ਲੋਕ ਸਾਰੇ ਅਕਾਲੀ ਦਲਾਂ ਜੋੜਨ ਨੂੰ ਤਿਆਰ ਨੇ, ਕਿਸੇ ਨੂੰ ਪ੍ਰੋਬਲਮ ਹੀ ਕੋਈ ਨਹੀਂ। ਜਿਹੜੀਆਂ ਕਮੀਆਂ ਗਲਤੀਆਂ ਹੋਈਆਂ ਦੂਰ ਕਰ ਲਈਏ ਅਸੀਂ ਜੀ, ਤੇ ਲੋਕਾਂ ਦੇ ਜੋ ਸੁਝਾਅ ਉਹਨਾਂ ਤੇ ਅਮਲ ਕਰ ਲਈਏ ਤਾਂ ਦਿੱਕਤ ਹੀ ਕੋਈ ਨਹੀਂ ਹੈਗੀ ਜੀ। ਦੂਸਰੇ ਪਾਸੇ ਚਰਨਜੀਤ ਬਰਾੜ ਵੀ ਨੇ ਸਾਡੇ ਨਾਲ। ਬਰਾੜ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ? ਕਿਤੇ ਨਾ ਕਿਤੇ ਅਯਾਲੀ ਸਾਹਿਬ ਦਾ ਵੀ ਇਹੀ ਕਹਿਣਾ ਹੈ ਕਿ ਸਾਨੂੰ ਬਦਲਾਅ ਦੀ ਲੋੜ ਹੈ, ਔਰ ਤੁਸੀਂ ਵੀ ਕਹਿ ਰਹੇ ਹੋ, ਤੁਸੀਂ ਵੀ ਜ਼ਿਕਰ ਕਰ ਰਹੇ ਹੋ। ਮੈਂ ਉਹੀ ਸਵਾਲ ਤੁਹਾਡੇ ਤੋਂ ਵੀ ਪੁੱਛੂੰਗੀ, ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਬਦਲਾਅ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਜ਼ਰ ਆ ਸਕਦਾ ਹੈ? ਮੈਂ ਇੱਕ ਬੇਨਤੀ ਕਰਾਂ ਕਿ ਅਯਾਲੀ ਸਾਹਿਬ ਉਸ ਝੁੰਦਾ ਕਮੇਟੀ ਦੇ ਮੈਂਬਰ ਹੀ ਹਨ, ਔਰ ਜੋ ਇਹਨਾਂ ਨੇ 42 ਪੁਆਇੰਟ ਜੋ ਮੈਨੂੰ ਪਤਾ ਲੱਗਿਆ, ਮੈਂ ਕੋਈ ਪੂਰੀ ਰਿਪੋਰਟ ਪੜ੍ਹੀ ਨਹੀਂ ਕਿਉਂਕਿ ਮੇਰਾ ਵੀ ਅਧਿਕਾਰ ਖੇਤਰ ਨਹੀਂ ਹੈ ਉਸ ਰਿਪੋਰਟ ਨੂੰ ਪੜ੍ਹਨ ਦਾ ਜਾਂ ਦੇਖਣ ਦਾ, ਪਰ ਜੋ 42 ਪੁਆਇੰਟ ਸੁਝਾਅ ਦਿੱਤੇ ਹੈ, ਪਾਰਟੀ ਨੇ ਬੜੇ ਖੁੱਲ੍ਹਦਿਲੀ ਨਾਲ ਕੋਰ ਕਮੇਟੀ ਨੇ ਉਹਨਾਂ ਨੂੰ ਐਕਸੈਪਟ ਕੀਤਾ ਔਰ 100% ਉਹ ਜਿਹੜੇ ਹੈਗੇ ਆ ਲਾਗੂ ਕੀਤੇ ਜਾਣਗੇ। ਪਹਿਲੀ ਬੇਨਤੀ ਮੈਂ ਇਹ ਕਰਾਂ ਕਿ ਬੜੀ ਲੀਡਰਸ਼ਿਪ ਇਸ ਮਾਮਲੇ 'ਚ ਓਪਨ ਹੈ, ਔਰ ਇਸ ਗੱਲ ਦੇ ਵਿੱਚ ਅਯਾਲੀ ਸਾਹਿਬ ਦੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਜਿਸ ਕਿਸਮ ਦਾ ਕਹਿ ਲਈਏ ਕਿ ਮਾਹੌਲ ਬਣਿਆ ਹੈ ਲੀਡਰਸ਼ਿਪ ਦੇ ਵਿੱਚ, ਥੱਲੋਂ ਲਾ ਕੇ ਉੱਪਰ ਤੱਕ ਬੜੀਆਂ ਤਬਦੀਲੀਆਂ ਤੇ ਬੜਾ ਕੁਝ ਬਦਲਾਅ ਤੁਹਾਨੂੰ ਜਿਹੜਾ ਹੈਗਾ ਉਹ ਦੇਖਣ ਨੂੰ ਮਿਲੂਗਾ। ਇਹ ਮੈਂ ਤੁਹਾਨੂੰ ਸਾਡੀ ਸਾਹਿਬ ਬਲਵਿੰਦਰ ਸਿੰਘ ਭੁੰਦਰ ਸਾਹਿਬ ਨੇ ਵੀ ਪ੍ਰੈਸ ਕਾਨਫਰੰਸ 'ਚ ਕਿਹਾ, ਵੱਖ-ਵੱਖ ਲੀਡਰਾਂ ਨੇ ਵੀ ਕਿਹਾ। ਔਰ ਰਹੀ ਗੱਲ ਸਰਦਾਰ ਜਗਮੀਤ ਸਿੰਘ ਬਰਾੜ ਸਾਹਿਬ ਦੇ ਬਿਆਨ ਦੀ, ਤਾਂ ਜਗਮੀਤ ਸਿੰਘ ਬਰਾੜ ਸਾਹਿਬ ਦਾ ਇੱਕ ਆਪਣਾ ਸੁਝਾਅ ਸੀ, ਪਰ ਜਿਹੜੀ ਕਮੇਟੀ ਦੀ ਰਿਪੋਰਟ ਆ ਉਹ ਜਗਮੀਤ ਸਿੰਘ ਬਰਾੜ ਸਾਹਿਬ ਹੋਰਾਂ ਨੇ ਵਿੱਚ ਬੈਠ ਕੇ ਹੀ ਮਨਜ਼ੂਰ ਕੀਤੀ ਹੈ, ਤੇ ਔਰ ਉਹਦੇ ਮੁਤਾਬਕ ਹੀ ਜੋ ਫੈਸਲਾ ਲਿਆ ਕੋਰ ਕਮੇਟੀ ਜੀ ਯੂਨੈਨਿਮਸਲੀ ਲਿਆ। ਕਿਸੇ ਨੇ ਕੋਈ ਉੱਥੇ ਇਹ ਨਹੀਂ ਕਿਹਾ ਕਿ ਨਹੀਂ ਆਹ ਨਹੀਂ ਹੋਣਾ ਚਾਹੀਦਾ। ਇਸ ਕਰਕੇ ਮੈਂ ਬੜਾ ਆਸਵੰਦ ਹਾਂ ਕਿ ਆਉਣ ਵਾਲੇ ਇਲੈਕਸ਼ਨ ਤੱਕ ਪਾਰਟੀ ਸਾਰੇ ਮੁੱਦਿਆਂ ਨੂੰ ਸੋਚ ਵਿਚਾਰ ਕੇ ਠੀਕ ਕਰਕੇ ਚੜ੍ਹਦੀ ਕਲਾ ਵੱਲ ਜਾਵੇਗੀ। ਤੁਸੀਂ ਕਹਿ ਰਹੇ ਹੋ ਬਰਾੜ ਸਾਹਿਬ ਕਿ ਸਾਰਿਆਂ ਨੂੰ ਮਿਲ ਬੈਠ ਕੇ ਹੀ ਸਾਰੇ ਫੈਸਲੇ ਜਿਹੜੇ ਨੇ ਉਹ ਲਏ ਜਾਣਗੇ, ਇਸੇ ਦਾ ਜ਼ਿਕਰ ਕਰ ਰਹੇ ਹੋ ਤੁਸੀਂ, ਤਾਂ ਕੀ ਲੱਗਦਾ ਹੈ ਹੁਣ ਜਿਹੜੇ ਨੌਜਵਾਨ ਨੇ, ਯਾਨੀ ਕਿ ਅਗਰ ਅਯਾਲੀ ਸਾਹਿਬ ਦਾ ਅਸੀਂ ਜ਼ਿਕਰ ਕਰੀਏ, ਹੋਰ ਬਹੁਤ ਸਾਰੇ ਅਜਿਹੇ ਚਿਹਰੇ ਨੇ ਕਿ ਇਹਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਨੇ ਕਿਉਂਕਿ ਇਹ ਲਗਾਤਾਰ ਚਰਚਾ ਵੀ ਹੋ ਰਹੀ ਹੈ? ਦੇਖੋ, ਮੈਂ ਫਿਰ ਕਹਿ ਦਿਆਂ ਵੀ ਇਹ ਮੇਰਾ ਅਧਿਕਾਰ ਖੇਤਰ ਨਹੀਂ, ਪਰ ਪਾਰਟੀ ਤੁਹਾਨੂੰ ਬਿਲਕੁਲ ਸਾਰੇ ਦਾ ਸਾਰਾ ਬਦਲਿਆ ਹੋਇਆ ਰੂਪ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਪੇਸ਼ ਹੋਣਾ ਹੈ। ਉਹਦਾ ਕਾਰਨ ਇਹ ਹੈਗਾ ਕਿ ਇਹ ਮਾਨਯੋਗ ਅਯਾਲੀ ਸਾਹਿਬ ਜਾਂ ਬਾਕੀ ਦੇ ਮੈਂਬਰਾਂ ਨੇ ਜਿਹੜੀ ਰਿਪੋਰਟ ਦਿੱਤੀ ਹੈ ਉਹਦੇ ਵਿੱਚ ਇਹ ਸਾਰੀਆਂ ਡਿਟੇਲਾਂ ਜਿਹੜੀਆਂ ਹੈਗੀਆਂ ਔਰ ਉਹਦੇ ਤੇ 100% ਪਹਿਰਾ ਦੇ ਕੇ ਪਾਰਟੀ ਦੀ ਬਿਹਤਰੀ ਲਈ ਰਿਪੋਰਟ ਹੈ, ਔਰ ਪਾਰਟੀ ਦੀ ਬਿਹਤਰੀ ਲਈ ਜਿਹੜਾ ਕੁਝ ਸੁਝਾਅ ਮੈਂ ਕਹੂੰਗਾ ਕਿ ਜਿਹੜੀ ਕਮੇਟੀ ਲੈ ਆਈ, ਜੇ ਕੋਈ ਪੰਜਾਬ ਦੇ ਖਿੱਚਿਆਂ 'ਚ ਕੋਈ ਰਹਿ ਵੀ ਗਿਆ ਸੁਝਾਅ ਦੇਣ ਨੂੰ, ਮੈਂ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਪਾਰਟੀ ਦਫ਼ਤਰ ਪ੍ਰਧਾਨ ਸਾਹਿਬ ਦੇ ਨਾਂ ਤੇ ਚਿੱਠੀ ਲਿਖ ਕੇ ਭੇਜ ਸਕਦੇ ਆ। ਕੋਈ ਮਿਲ ਕੇ ਸੁਝਾਅ ਦੇਣਾ ਚਾਹਣ ਤਾਂ ਮਿਲ ਕੇ ਦੇ ਸਕਦੇ ਆ। ਇਸ ਕਰਕੇ ਬੜੇ ਓਪਨ ਹੈਗੇ ਆ, ਕਿਉਂਕਿ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਅਸੀਂ ਹਰੇਕ ਦੇ ਦਰ ਅੱਗੇ ਝੋਲੀ ਅੱਡ ਕੇ ਵੀ ਜਾਵਾਂਗੇ ਕਿ ਇਹਨੂੰ ਮਜ਼ਬੂਤ ਕਰੀਏ, ਤਕੜਾ ਕਰੀਏ। ਜੇ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਉਹਨਾਂ ਨੂੰ ਅਸੀਂ ਦੂਰ ਕਰਾਂਗੇ ਔਰ ਅੱਗੇ ਨੂੰ ਜਿਹੜਾ ਹੈਗਾ ਸਭ ਨੂੰ ਨਾਲ ਲੈ ਕੇ ਔਰ ਯੂਨੈਨਿਮਸਲੀ ਫੈਸਲੇ ਕਰਕੇ ਅੱਗੇ ਵਧਾਂਗੇ। ਜੀ ਅਯਾਲੀ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ, ਜਿਹੜੀ ਮੈਂ ਤਾਂ ਪਹਿਲਾਂ ਵੀ ਕਹੀ ਆ, ਜਿਹੜੀ ਇਹ ਤਬਦੀਲੀ ਬਰਾੜ ਸਾਹਿਬ ਕਹਿੰਦੇ ਆ ਵੀ ਲੀਡਰਸ਼ਿਪ ਤਬਦੀਲੀ ਹੈਗੀ ਆ, ਉਹਦੇ ਵਿੱਚ ਜਦੋਂ ਤਬਦੀਲੀ ਹੋਊਗੀ ਸਾਰੀ ਤੇ ਤਾਂ ਹੀ ਇਹਦੇ ਚੰਗੇ ਨਤੀਜੇ ਆਉਣੇ ਨੇ। ਇਹ ਪੰਥ ਦੀ ਪਾਰਟੀ ਹੈਗੀ ਆ, ਪੰਥਕ ਜਿਹੜੀ ਆ, ਜਿਵੇਂ ਇਹ ਪੰਜਾਬ ਦੇ ਭਲੇ ਦੇ ਲਈ, ਪੰਥ ਦੀ ਚੜ੍ਹਦੀ ਕਲਾ ਦੇ ਲਈ, ਇਹ ਜਿਹੜੀ ਪੰਥਕ ਸੋਚ ਨੂੰ ਲਾਗੂ ਕਰਨ ਦੇ ਲਈ ਪਾਰਟੀ ਹੋਂਦ ਦੇ ਵਿੱਚ ਆਈ ਸੀ। ਦੇਖੋ, ਉਹਦੇ ਤੇ ਜੇ ਉਹਨਾਂ ਸਿਧਾਂਤਾਂ ਤੇ ਪਾਰਟੀ ਚੱਲੇ, ਨਿਸ਼ਕਾਮ ਹੋ ਕੇ ਪਾਰਟੀ ਕੰਮ ਕਰੇ ਪੰਜਾਬ ਦੇ ਭਲੇ ਲਈ, ਸਿੱਖ ਕੌਮ ਦੇ ਭਲੇ ਦੇ ਲਈ, ਸਰਬੱਤ ਦੇ ਭਲੇ ਦੇ ਲਈ। ਸਰਬੱਤ ਕਿਉਂਕਿ ਸਾਡਾ ਜਿਹੜਾ ਸਿੱਖਾਂ ਦਾ, ਸਿੱਖ ਕੌਮ ਦਾ ਜਿਹੜਾ ਸਾਡਾ ਸਿਧਾਂਤ ਹੈਗਾ ਉਹ ਸਰਬੱਤ ਦਾ ਭਲਾ, ਉਹਦੇ ਚ ਇਹਦੀ ਵੀ ਕੱਲਾ ਦੀ ਸਿੱਖ ਕੌਮ ਦਾ ਭਲਾ ਮੰਨਦੇ ਆ, ਜੋ ਸਾਰਿਆਂ ਦਾ ਸਰਬੱਤ ਆ ਗਿਆ ਉਹਦੇ ਵਿੱਚ, ਚਾਹੇ ਕੋਈ ਵੀ ਹੈਗੇ ਨੇ, ਉਹਨਾਂ ਦੇ ਸਿਧਾਂਤਾਂ ਤੇ ਜੇ ਪਾਰਟੀ ਕੰਮ ਕਰੂਗੀ, ਠੀਕ ਆ, ਕੰਮ ਕਰਦਿਆਂ ਤੋਂ ਹੋ ਜਾਂਦੀਆਂ, ਬੜੇ ਚੰਗੇ ਕੰਮ ਵੀ ਹੋਏ ਨੇ, ਨਹੀਂ ਗੱਲ ਵੀ ਸਰਕਾਰਾਂ ਰਹੀਆਂ ਅਕਾਲੀ ਦਲ ਦੀਆਂ,
ਬਹੁਤ ਵਧੀਆ ਡਿਵੈਲਪਮੈਂਟ ਦੇ ਕੰਮ ਵੀ ਹੋਏ ਨੇ, ਬਹੁਤ ਵੱਡੇ ਪ੍ਰੋਜੈਕਟ ਪੰਜਾਬ 'ਚ ਆਏ ਨੇ, ਲੇਕਿਨ ਉਹਦੇ ਨਾਲ ਜਿਹੜੀਆਂ ਕਮੀਆਂ ਰਹੀਆਂ, ਆਪਾਂ 100 ਚੰਗੇ ਕਰਕੇ ਕੋਈ ਇੱਕ ਕਿਤੇ ਗਲਤੀ ਹੋ ਜਾਂਦੀ ਆ, ਫਿਰ ਉਹ ਗਲਤੀ ਅੱਗੇ ਆ ਜਾਂਦੀ ਆ, ਉਹ ਤੁਹਾਡੇ ਕੀਤੇ ਕੰਮ ਚੰਗੇ ਵੀ ਪਿੱਛੇ ਰਹਿ ਜਾਂਦੇ ਸਾਰੇ ਜੀ। ਸੋ ਇਸ ਲਈ ਹੁਣ ਇਹਦੇ ਤੇ ਵਿਚਾਰ ਕਰਕੇ ਜਿਹੜੀ ਲੀਡਰਸ਼ਿਪ ਆ ਨਿਸ਼ਕਾਮ ਨਿਸਵਾਰਥ ਹੋ ਕੇ ਇਹ ਜੇ ਕੰਮ ਕਰੂਗੀ। ਤੇ ਹੁਣ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਸਾਨੂੰ ਮੇਰੇ ਕੋਲ ਤਾਂ ਉਹਦਾ ਮੈਨੂੰ ਕਿਹੜਾ ਉਹਦਾ ਚਾਹੀਦਾ, ਮੈਂ ਤਾਂ ਆਲਰੇਡੀ MLA ਹੈਗਾ, ਪਾਰਟੀ ਦਾ ਵਿਧਾਨ ਸਭਾ ਦੇ ਵਿੱਚ ਪਾਰਟੀ ਦਾ ਮੈਂ ਲੀਡਰ ਹੈਗਾ, ਮੈਨੂੰ ਤਾਂ ਕਿਸੇ ਉਹਦੀ ਲੋੜ ਹੀ ਨਹੀਂ ਹੈਗੀ। ਇਹ ਕੋਈ ਮੈਂ ਉਹਦੇ ਲਈ ਥੋੜੀ ਲੜ ਰਿਹਾ ਦੀ ਗੱਲ ਹੈ ਨਾ ਇਹ ਆਲੀ ਸਾਹਿਬ, ਮੈਂ ਜ਼ਿਕਰ ਥੋੜਾ ਜਿਹਾ ਜਦੋਂ ਮੈਂ ਤਾਂ ਅਸੀਂ ਤਾਂ ਇੱਕੋ ਹੀ ਸੁਝਾਅ ਆ ਵੀ ਇਹ ਪਾਰਟੀ ਨਿਸ਼ਕਾਮ ਪੰਜਾਬ ਦੇ ਭਲੇ ਦੇ ਲਈ, ਸਿੱਖਾਂ ਦੇ ਭਲੇ ਦੇ ਲਈ, ਨਿੱਜੀ ਇੰਟਰਸਟ ਕਿਸੇ ਦਾ ਕੋਈ ਨਾ ਹੋਵੇ ਇਹਦੇ ਵਿੱਚ। ਮੇਰਾ ਹੋਵੇ ਨਾ ਕਿਸੇ ਦਾ ਹੋਵੇ। ਜੇ ਅਸੀਂ ਇਹਨਾਂ ਸਿਧਾਂਤਾਂ ਤੇ ਪਾਰਟੀ ਨੂੰ ਚਲਾ ਗਏ ਤਾਂ ਇਹ ਪਾਰਟੀ ਸਾਰੇ ਲੋਕਾਂ ਦਾ ਸਹਿਯੋਗ ਸਾਨੂੰ ਮਿਲੂਗਾ। ਮੈਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਜ਼ਿਕਰ ਕਰ ਰਹੀ ਸੀ, ਉਹਨਾਂ ਨੇ ਵੀ ਕਿਹਾ ਕਿ ਸਮੀਖਿਆ ਕਮੇਟੀ ਦੇ ਵਿੱਚ ਇਹ ਸਾਰੀ ਰਿਪੋਰਟ ਆਉਣੀ ਚਾਹੀਦੀ ਸੀ, ਮੈਂ ਉਸੇ ਤੇ ਆ ਰਹੀ ਹਾਂ। ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਚੁੰਦਾ ਕਮੇਟੀ ਰਿਪੋਰਟ ਹੈਗੀ ਆ ਉਸਦਾ ਇੰਤਜ਼ਾਰ ਸਾਰੇ ਕਰ ਰਹੇ ਸੀ, ਲੰਬੇ ਸਮੇਂ ਤੋਂ ਇਸ ਦੀ ਜ਼ਿਕਰ ਵੀ ਹੋ ਰਿਹਾ ਸੀ, ਚਰਚਾ ਵੀ ਹੋ ਰਹੀ ਸੀ, ਤਾਂ ਰਿਪੋਰਟ ਹਾਲੇ 'ਚ ਜਨਤਕ ਨਹੀਂ ਹੋਈ। ਹਾਲਾਂਕਿ ਇਹ ਪਾਰਟੀ ਦਾ ਆਪਣਾ ਨਿੱਜੀ ਫੈਸਲਾ ਹੈ, ਉਹ ਕਰਨ ਜਾਂ ਨਾ ਕਰਨ, ਪਰ ਤੁਹਾਨੂੰ ਲੱਗਦਾ ਹੈ ਕਿ ਹੋਣੀ ਚਾਹੀਦੀ ਸੀ ਜਾਂ ਕੀ ਸੁਝਾਅ ਨੇ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਆਖਿਰਕਾਰ ਗਰਾਊਂਡ ਤੇ ਸਮੱਸਿਆ ਕੀ ਸੀ, ਲੋਕ ਕਿਉਂ ਹੱਕ ਦੇ ਵਿੱਚ ਨਹੀਂ ਆਏ? ਨਹੀਂ ਹੋ ਜਾਣੀ ਚਾਹੀਦੀ ਹੈ, ਕਰ ਦੇਣੀ ਚਾਹੀਦੀ ਇਹਨਾਂ ਨੂੰ। ਚੰਗੀ ਗੱਲ ਹੈ ਜੇ ਕਰ ਦੇਣਗੇ, ਜੇ ਕਰ ਦੇਣਗੇ ਚੰਗੀ ਗੱਲ ਆ। ਸਾਰੀਆਂ ਜੋ ਉਹਦੇ ਵਿੱਚ ਗੱਲਾਂ ਲਿਖੀਆਂ ਉੱਤੇ ਅਮਲ ਕਰ ਲੈਣਗੇ ਬਿਨਾਂ ਕਿਸੇ ਉਹਦੇ ਗੱਲਾਂ ਨੂੰ ਗੋਲ ਮੋਲ ਕਰਨ ਦੀ ਬਜਾਏ ਸਿੱਧੇ ਢੰਗ ਦੇ ਨਾਲ ਸਾਰੀਆਂ ਗੱਲਾਂ ਜੇ ਲਾਗੂ ਹੋ ਜਾਣ, ਕਿਸੇ ਦਾ ਕੋਈ ਸਵਾਰਥ ਨਾ ਹੋਵੇ, ਕਿਉਂਕਿ ਪਾਰਟੀ ਕੌਮ ਦੀ ਪਾਰਟੀ ਆ, ਪੰਥ ਦੀ ਪਾਰਟੀ ਆ, ਤੇ ਉਸ ਹਿਸਾਬ ਨਾਲ ਕੰਮ ਕਰੇ ਤਾਂ ਕੋਈ ਦਿੱਕਤ ਹੀ ਨਹੀਂ ਹੈਗੀ ਕੋਈ। ਅਸੀਂ ਤਾਂ ਨਿਸ਼ਕਾਮ ਕੋਈ ਵੀ ਪਾਰਟੀ ਲਈ ਸੇਵਾ ਜੇ ਸਹੀ ਸਿਧਾਂਤਾਂ ਤੇ ਚੱਲੇ ਤਾਂ ਸੇਵਾ ਨਿਭਾਉਣ ਨੂੰ ਤਿਆਰ ਆ ਕੋਈ ਵੀ। ਇਸ ਪਾਰਟੀ ਦੀ ਬੜੀ ਵੱਡੀ ਦੇਣ ਆ, ਮੈਨੂੰ ਬੜੇ ਤੀਜੀ ਵਾਰ MLA ਚੇਅਰਮੈਨ ਬਣਾਇਆ। ਅਸੀਂ ਅਜੇ ਜੇ ਪਾਰਟੀ ਥੱਲੇ ਜਾ ਰਹੀ ਆ ਤਾਂ ਇਹਨੂੰ ਚੱਕਣਾ ਤਾਂ ਸਾਡੀ ਇੱਕ ਜ਼ਿੰਮੇਵਾਰੀ ਆ, ਨੈਤਿਕ ਜ਼ਿੰਮੇਵਾਰੀ ਆ, ਤਾਂ ਉਹ ਨਿਭਾ ਰਹੇ ਆ। ਉਹਦੇ ਲਈ ਕੋਈ ਚਾਪਲੂਸੀ ਨਹੀਂ ਹੈਗੀ ਕਿਸੇ ਦੇ ਨਾਲ, ਤੇ ਕੋਈ ਇਹਦੇ ਲਈ ਕੋਈ ਪਰਵਾਹ ਨਹੀਂ ਹੈਗੀ, ਕੋਈ ਡਰ ਨਹੀਂ ਹੈਗਾ ਇਸ ਮਸਲੇ ਤੇ। ਨਿੱਜੀ ਰੌਲਾ ਕਿਸੇ ਨਾਲ ਕੋਈ ਨਹੀਂ ਸਾਡਾ, ਇੱਜ਼ਤ ਰਿਸਪੈਕਟ। ਮੈਂ ਤਾਂ ਆਪਦੇ ਕਿਸੇ ਵਿਰੋਧੀ ਦੇ ਖਿਲਾਫ ਨਹੀਂ ਕਦੇ ਗੱਲ ਕਰਦਾ ਸੀ, ਸਾਡੇ ਪਾਰਟੀ ਦੇ ਜਿਹੜੇ ਲੀਡਰ ਨੇ ਉਹਦਾ ਕੋਈ ਰੌਲਾ ਹੀ ਕੋਈ ਨਹੀਂ ਹੈਗਾ। ਰੌਲਾ ਤਾਂ ਸਿਧਾਂਤਾਂ ਦਾ ਤੇ ਪਾਰਟੀ ਨੂੰ ਸਿਧਾਂਤਾਂ ਤੇ ਚਲਾਉਣ ਦਾ, ਬਸ ਇੰਨਾ ਹੀ ਮਤਲਬ ਜੀ। ਅਖੀਰਲਾ ਰਿਐਕਸ਼ਨ ਲਵਾਂਗੇ ਬਰਾੜ ਸਾਹਿਬ ਦਾ। ਅਯਾਲੀ ਸਾਹਿਬ ਬੇਨਤੀ ਹੈ, ਸੁਣ ਕੇ ਜਾਇਓ ਜੀ। ਮੈਂ ਇੱਕ ਬੇਨਤੀ ਕਰਾਂ ਕਿ ਤੁਸੀਂ ਚੰਦੂਮਾਜਰਾ ਸਾਹਿਬ ਦੀ ਗੱਲ ਕੀਤੀ ਕਿ ਇੱਕ ਸਮੀਖਿਆ ਕਮੇਟੀ ਹੋਰ ਬਣੀ ਸੀ। ਸਮੀਖਿਆ ਕਮੇਟੀ ਦੇ ਮੈਂਬਰ ਸਾਰੇ ਕੋਰ ਕਮੇਟੀ ਦੇ ਮੈਂਬਰ ਸਨ, ਇਸ ਕਰਕੇ ਇਹ ਕੋਰ ਕਮੇਟੀ ਦੇ ਵਿੱਚ ਬੈਠੇ ਉਹਨਾਂ ਸਮੀਖਿਆ ਕਮੇਟੀ ਦੇ ਮੈਂਬਰਾਂ ਨੇ ਫੈਸਲਾ ਕੀਤਾ ਕਿ ਅਸੀਂ ਬਾਰ-ਬਾਰ ਜੇ ਕਰਦੇ ਹਾਂ, ਪਹਿਲਾਂ ਹੀ ਜਿਹੜੀ ਰਿਪੋਰਟ ਆ ਬਹੁਤ ਲੇਟ ਹੋ ਗਈ ਆ ਔਰ ਬਾਰ-ਬਾਰ ਗੱਲਾਂ ਉੱਠ ਰਹੀਆਂ ਸੀ। ਅਯਾਲੀ ਸਾਹਿਬ ਨੇ ਕਿਹਾ ਕਿ ਰਿਪੋਰਟ ਜਿਹੜੀ ਆ ਉਹ ਲਾਗੂ ਕਰਨੀ ਚਾਹੀਦੀ ਆ। ਪਹਿਲਾਂ ਇਹ ਗੱਲ ਉੱਠੀ ਜਦੋਂ ਇਹਨਾਂ ਨੇ ਵੋਟ ਪਾਉਣ ਵੇਲੇ, ਤਾਂ ਉਹ ਹਰ ਰੋਜ਼ ਗੱਲਾਂ ਉੱਠ ਰਹੀਆਂ ਸੀ। ਇਸ ਕਰਕੇ ਬਿਨਾਂ ਕਿਸੇ ਦੇਰੀ ਦੇ ਅੰਤਮ ਸਿੱਟੇ ਤੇ ਪਹੁੰਚਣ ਦੇ ਲਈ ਕੋਰ ਕਮੇਟੀ ਦੇ ਵਿੱਚ ਵਿਚਾਰੀ ਗਈ। ਕੋਰ ਕਮੇਟੀ ਦੇ ਵਿੱਚ ਵਿਚਾਰਨ ਤੋਂ ਬਾਅਦ ਪਾਰਟੀ ਪ੍ਰਧਾਨ ਦੇ ਵਿੱਚ ਜਿਹੜੀ ਹੈਗੀ ਹੈ ਸਭ ਨੇ ਫੇਸ ਜਿਹੜਾ ਹੈ ਉਹ ਬਣਾ ਕੇ ਰੱਖਣ ਲਈ, ਔਰ ਤਾਂ ਕਿ ਛੇਤੀ ਤੋਂ ਛੇਤੀ ਹੋਵੇ। ਜੇ ਕਮੇਟੀ ਬਣ ਜਾਂਦੀ ਤਾਂ ਫਿਰ ਲੰਬਾ ਕੰਮ ਪੈ ਜਾਂਦਾ ਹੈ। ਕੋਰ ਕਮੇਟੀ ਨੇ ਹੁਕਮ ਕੀਤਾ ਪਾਰਟੀ ਪ੍ਰਧਾਨ ਨੂੰ ਕਿ ਜੋ ਕਮੇਟੀ ਦੀ ਰਿਪੋਰਟ ਹੈ ਇਹਨੂੰ ਇਨ ਬਿਨ ਲਾਗੂ ਕਰਨ ਦੇ ਲਈ ਤੁਰੰਤ ਜਿਹੜੇ ਹੈ ਉਹ ਜਿਹੜੇ ਕੰਮ ਕਰਨੇ ਸ਼ੁਰੂ ਕੀਤੇ ਜਾਣ। ਔਰ ਪਹਿਲਾ ਕੰਮ ਜਿਹੜਾ ਹੈਗਾ, ਕਿਉਂਕਿ ਜਿਹੜੀਆਂ ਤਬਦੀਲੀਆਂ ਦੀ ਲੋਕ ਆਸਵੰਦ ਨੇ, ਜਿਹੜੀਆਂ ਤਬਦੀਲੀਆਂ ਦੀ ਕਮੇਟੀ ਨੇ ਰਿਪੋਰਟ ਕੀਤੀ ਹੈ, ਤਾਂ ਉਸ ਦੇ ਲਈ ਸਭ ਤੋਂ ਪਹਿਲਾ ਕੰਮ ਸੀ ਕਿ ਢਾਂਚਾ ਭੰਗ ਕਰਕੇ ਨਵੇਂ ਸਿਰਿਓਂ A to Z, ਮਤਲਬ ਥੱਲੇ ਪਿੰਡ ਦੀ ਇਕਾਈ ਤੋਂ ਲੈ ਕੇ ਤੇ ਜਿਹੜੇ ਸੀਗੇ ਸਾਡੇ ਉੱਪਰਲੇ ਲੈਵਲ ਤੱਕ ਜਿੱਥੋਂ ਤੱਕ ਵੀ ਅਹੁਦੇਦਾਰੀਆਂ ਹੈਗੀਆਂ, ਸਾਰਿਆਂ ਦੇ ਵਿੱਚ ਜਿਸ ਤਰ੍ਹਾਂ ਦੀ ਕਮੇਟੀ ਦੇ ਵਿੱਚ ਰਿਪੋਰਟ ਆ ਉਹਦੇ ਮੁਤਾਬਕ ਜਿਹੜੀ ਹੈਗਾ ਲਾਗੂ ਕਰਕੇ ਪਾਰਟੀ ਨੂੰ ਮਜ਼ਬੂਤ ਕਰੀਏ। ਇਸੇ ਤੇ ਹੀ ਪ੍ਰਧਾਨ ਸਾਹਿਬ ਅੱਗੇ ਵਧ ਰਹੇ ਨੇ। ਇੱਕ ਅਖੀਰਲਾ ਜਵਾਬ ਜ਼ਰੂਰ ਦਿਓ, ਜੋ ਅਯਾਲੀ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਹੋਣੀ ਚਾਹੀਦੀ ਹੈ ਜਨਤਕ ਰਿਪੋਰਟ, ਉਸ ਨੂੰ ਲੈ ਕੇ ਕੀ ਕਹੋਗੇ? ਵਕਤ ਆਇਆ ਤਾਂ ਸਭ ਕੁਝ ਹੋਏਗਾ ਜੀ, ਕਿਉਂਕਿ ਇਹਦੇ 'ਚ ਇਹ ਹੈਗਾ ਕਿ ਜਦੋਂ ਜੇ ਕੱਲੀ ਰਿਪੋਰਟ ਜਨਤਕ ਹੋ ਜਾਣੀ ਹੈ, ਅਯਾਲੀ ਸਾਹਿਬ ਕੋਲੇ ਵੀ ਹੋਣੀ ਹੈ। ਅਯਾਲੀ ਸਾਹਿਬ ਨੇ ਅੱਖਰ ਲਿਖਿਆ, ਸਾਰੇ ਮੈਂਬਰਾਂ ਕੋਲੇ ਹੈਗੀ ਹੈ। ਅੱਧੇ ਤੋਂ ਵੱਧ ਪ੍ਰੈਸ ਵਾਲਿਆਂ ਨੇ ਵੀ ਤੁਸੀਂ ਪਹਿਲਾਂ ਹੀ ਬੜੀਆਂ ਗੱਲਾਂ ਕਰਤੀਆਂ, ਜਿਹੜੇ ਕਿਸੇ ਨੇ ਦੱਸੀਆਂ ਤੇ ਕਿਸੇ ਨੇ ਅੰਦਾਜ਼ੇ ਨਾਲ ਕਰਤੀਆਂ। ਇਸ ਕਰਕੇ ਮੈਂ ਇਸ ਗੱਲ ਦਾ ਪਾਰਟੀ ਦੇ ਹਰੇਕ ਵਰਕਰ ਨੂੰ ਭਰੋਸਾ ਦਿਵਾਉਣਾ ਕਿ ਜੋ 13 ਮੈਂਬਰੀ ਕਮੇਟੀ ਨੇ ਆਪਦੇ ਦਸਤਖਤਾਂ ਥੱਲੇ ਕੱਲੇ ਪੇਜ ਤੇ 42 ਪੁਆਇੰਟ ਦਿੱਤੇ ਆ, ਹੂ ਬਹੂ ਲਾਗੂ ਹੋਣਗੇ। ਔਰ ਵਕਤ ਆਉਣ ਤੇ ਉਹ ਬੜਾ ਸਾਡਾ ਕੀਮਤੀ ਡਾਕੂਮੈਂਟ ਬਣਨਾ ਹੈ। ਪਾਰਟੀ ਦਾ ਇਤਿਹਾਸ ਜਦੋਂ ਅੱਜ ਤੋਂ 20-30 ਸਾਲਾਂ ਬਾਅਦ ਲਿਖਿਆ ਜਾਵੇਗਾ, ਜਿਵੇਂ ਅੱਜ ਅਸੀਂ ਮਾਸਟਰ ਤਾਰਾ ਸਿੰਘ ਜੀ ਨੂੰ ਯਾਦ ਕਰਦੇ ਹਾਂ, ਬਾਬਾ ਖੜਕ ਸਿੰਘ ਜੀ ਨੂੰ ਯਾਦ ਕਰਦੇ ਹਾਂ, ਜਾਂ ਹੋਰ ਸਾਡੇ ਲੀਡਰਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦੀਆਂ ਗੱਲਾਂ ਨੂੰ, ਇਹ ਕਮੇਟੀ ਦੀ ਰਿਪੋਰਟ ਸੁਨਹਿਰੀ ਅੱਖਰਾਂ ਦੇ ਵਿੱਚ ਸਾਡੇ ਇਤਿਹਾਸ ਦੇ ਵਿੱਚ ਲਿਖੀ ਜਾਏਗੀ ਔਰ ਇਹਨੂੰ ਹਮੇਸ਼ਾ ਪੜ੍ਹਿਆ ਜਾਂਦਾ ਰਿਹਾ ਕਰੇਗਾ। ਇਸ ਕਰਕੇ ਮੈਂ ਬੇਨਤੀ ਹੈ ਕਿ ਵਕਤ ਆਉਣ ਤੇ ਕਰਾਂਗੇ।
ਠੀਕ ਹੈ ਸਮੇਂ ਦੀ ਘਾਟ ਹੈ। ਬਹੁਤ ਬਹੁਤ ਸ਼ੁਕਰੀਆ ਜੁੜਨ ਦੇ ਲਈ ਮਨਪ੍ਰੀਤ ਇਆਲੀ ਜੀ ਤੁਹਾਡਾ ਵੀ ਔਰ ਚਰਨਜੀਤ ਬਰਾੜ ਤੁਹਾਡਾ ਵੀ ਧੰਨਵਾਦ ਹੈ। ਸੋ ਫਿਲਹਾਲ ਇਹ ਰਿਪੋਰਟ ਜਿਹੜੀ ਹੈ ਉਹ ਚੁੰਦਾ ਕਮੇਟੀ ਦੀ ਜੋ ਸਾਹਮਣੇ ਆਈ ਹੈ, ਕਹਿ ਸਕਦੇ ਹਾਂ ਜੋ ਕੋਰ ਕਮੇਟੀ ਦੇ ਵਿੱਚ ਪੇਸ਼ ਕੀਤੀ ਗਈ, ਉਸ ਤੋਂ ਬਾਅਦ 3 ਬਿਆਨ ਅਜਿਹੇ ਜਿਸਨੇ ਚਰਚਾ ਵੀ ਛੇੜੀ, ਪਰ ਬੀਤੇ ਦਿਨ ਇੱਕ ਖਾਸ ਤੌਰ ਤੇ ਕਹਿ ਸਕਦੇ ਹਾਂ ਕਿ ਪਾਰਟੀ ਦੇ ਵੱਲੋਂ ਫੈਸਲਾ ਲਿਆ ਗਿਆ, ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਗਿਆ। ਪਰ ਫਿਲਹਾਲ ਘਮਸਾਨ ਅਜੇ ਵੀ ਜਾਰੀ ਹੈ। ਜਗਮੀਤ ਬਰਾੜ ਉਹਨਾਂ ਦੇ ਕੁਝ ਅਜਿਹੇ ਸੁਝਾਅ ਜਿਹੜੇ ਨੇ ਉਹ ਸਾਹਮਣੇ ਆਏ ਨੇ ਜਿਸ ਨੂੰ ਲੈ ਕੇ ਚਰਚਾ ਵੀ ਹੋ ਰਹੀ ਹੈ ਔਰ ਸੁਰਖੀਆਂ ਵੀ ਬਣ ਰਹੇ ਨੇ। ਉਧਰ ਕੱਲ ਪ੍ਰੇਮ ਸਿੰਘ ਚੰਦੂਮਾਸ਼ਰਾ ਦੀ ਨਾਰਾਜ਼ਗੀ ਵੀ ਸਾਹਮਣੇ ਆਈ ਔਰ ਚੰਦੂਮਾਸ਼ਰਾ ਨੇ ਚੁੰਦਾ ਕਮੇਟੀ ਦੀ ਰਿਪੋਰਟ ਸਿੱਧੇ ਕੋਰ ਕਮੇਟੀ ਦੇ ਵਿੱਚ ਰੱਖੇ ਜਾਣ ਤੇ ਸਵਾਲ ਵੀ ਚੁੱਕੇ ਅਤੇ ਇਸ਼ਾਰਿਆਂ ਦੇ ਵਿੱਚ ਸੁਖਬੀਰ ਬਾਦਲ ਨੂੰ ਨਿਸ਼ਾਨੇ ਤੇ ਲਿਆ। ਕਮੇਟੀ ਨੇ ਪੂਰਾ ਸਾਰਾ ਪੰਜਾਬ ਦੇ ਵਿੱਚ ਲੋਕਾਂ ਨਾਲ ਜੁੜ ਕੇ ਰਾਬਤਾ ਰੱਖ ਕੇ ਗੱਲਬਾਤ ਤਿਆਰ ਕੀਤੀ ਤੇ ਉਹ ਜਿਹੜੀ ਜਦੋਂ ਰਿਪੋਰਟ ਆਈ, ਉਹਨਾਂ ਨੇ ਰਿਪੋਰਟ ਸਾਡੇ ਜਿਹੜੇ ਕਨਵੀਨਰ ਸੀ ਭੁੰਦਰ ਸਾਹਿਬ ਉਹਨਾਂ ਨੂੰ ਦੇਤੀ ਤੇ ਉਹ ਰਿਪੋਰਟ ਅਸੀਂ ਤਾਂ ਪੜ੍ਹੀ ਨਹੀਂ ਅਜੇ, ਨਾ ਸਾਨੂੰ ਦਿੱਤੀ ਆ ਨਾ ਉਹਦੇ ਬਾਰੇ ਜੇ ਕਿਉਂਕਿ ਜੇ ਆਈ ਨਹੀਂ ਸੀ ਜਦ ਉਹਦੀ ਚਰਚਾ ਕੀ ਚੱਲਦੀ। ਤੇ ਮੈਂ ਜ਼ਰੂਰ ਰਾਏ ਦਿੱਤੀ ਸੀ 1-2 ਵਾਰ। ਫਿਰ ਸਾਡੀ ਕੋਰ ਕਮੇਟੀ 'ਚ ਕਈ ਵਾਰੀ ਜਦੋਂ ਚਰਚਾ ਚੱਲੀ ਵੀ ਉਹ ਕਮੇਟੀ ਦਾ ਬਣਿਆ ਕੀ, ਉਦੋਂ ਵੀ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਇਹੀ ਕਿਹਾ ਭੁੰਦਰ ਸਾਹਿਬ ਨੂੰ ਵੀ ਤੁਹਾਨੂੰ ਕਨਵੀਨਰ ਬਣਾਇਆ ਸੀ, ਤੁਹਾਡੀ ਕਮੇਟੀ ਬਣਾਈ ਸੀ ਵੀ ਤੁਸੀਂ ਉਹਨੂੰ ਰਿਪੋਰਟ ਤੇ ਡਿਸਕਸ ਕਰੋ, ਵਿਚਾਰ ਕਰੋ, ਰਾਏ ਦਿਓ ਤੇ ਕੋਰ ਕਮੇਟੀ 'ਚ ਰੱਖੋ। ਉਹ ਖੈਰ ਮੀਟਿੰਗ ਰੱਖ ਨਾ ਸਕੇ, ਉਹ ਹੁਣ ਫਿਰ ਉਹ ਸਿੱਧੀ ਕੋਰ ਕਮੇਟੀ 'ਚ ਰਿਪੋਰਟ ਰੱਖਤੀ ਤੇ ਕੋਰ ਕਮੇਟੀ ਨੇ ਫੈਸਲਾ ਕਰਤਾ। ਸੋ ਮੈਂ ਸਮਝਦਾ ਉਹਦੇ ਨਾਲ ਮੈਂ ਪਹਿਲਾਂ ਵੀ ਜਿਵੇਂ ਕਿਹਾ ਸੀ ਨਾ ਵੀ ਕਈ ਸ਼ੰਕੇ ਉੱਠ ਖੜਦੇ ਆ, ਕਈ ਸਵਾਲ ਉੱਠ ਖੜਦੇ ਆ ਵੀ ਸਿਸਟਮ ਤੋੜਿਆ ਕਿਉਂ। ਜਿਹੜੀ ਸਮੀਖਿਆ ਕਮੇਟੀ ਨੇ ਉਹ ਕਮੇਟੀ ਬਣਾਈ, ਉਹ ਸਮੀਖਿਆ ਕਮੇਟੀ 'ਚ ਰਿਪੋਰਟ ਕਿਉਂ ਨਹੀਂ ਰੱਖੀ ਗਈ। ਮਤਲਬ ਬੇਲੋੜੇ ਸਵਾਲ ਖੜੇ ਕਰਨੇ, ਬੇਲੋੜਾ ਚਰਚਾਵਾਂ ਖੜੀਆਂ ਕਰਨੀਆਂ, ਉਹ ਪਾਰਟੀ ਦੇ ਹਿੱਤ 'ਚ ਨਹੀਂ ਹੋਣਗੀਆਂ। ਪੋਸੀਬਲ ਹੈ ਵੈਸੇ ਪ੍ਰਧਾਨ ਉਹਨਾਂ ਦਾ ਬਦਲਣਾ ਜਾਂ ਹੋਰ ਪ੍ਰਧਾਨ ਇਹ ਤਾਂ ਜਿਹੜੀਆਂ ਗੱਲਾਂ ਡਿਸਕਸ਼ਨ ਅਕਾਲੀ ਦਲ ਚ, ਕਿਉਂਕਿ ਇਹ ਮੰਨਿਆ ਜਾਂਦਾ ਕਿ ਪੋਸੀਬਲ ਨਹੀਂ ਹੈ, ਇਹ ਤਾਂ ਡਿਸਕਸ਼ਨ 'ਚ ਹੀ ਹੁੰਦੀਆਂ। ਮਤਲਬ ਐਸੀ ਗੱਲ ਨਹੀਂ ਹੈ। ਜਦੋਂ ਤੁਸੀਂ ਕੋਈ ਆਪਸੀ ਰਾਏ ਤਿਆਰ ਕਰਦੇ ਹੋ ਤਾਂ ਡਿਸਕਸ਼ਨ ਦੇ ਵਿੱਚ, ਕੰਸੈਂਸਸ ਦੇ ਵਿੱਚ ਬਹੁਤ ਰਸਤੇ ਨਿਕਲੇ, ਪਰ ਬਦਲਾਵ ਦੀ ਜ਼ਰੂਰਤ ਹੈ। ਬਹੁਤ ਨਵੇਂ ਰਸਤੇ ਨਿਕਲੇ ਹੁੰਦੇ ਆ। ਇਹ ਤਾਂ ਹੁਣ ਜਦੋਂ ਕਲੈਕਟਿਵ ਲੀਡਰਸ਼ਿਪ ਹੋਵੇ, ਕਲੈਕਟਿਵ ਲੀਡਰਸ਼ਿਪ ਦੇ ਵਿੱਚ ਹੀ ਸਾਂਝੇ ਤੌਰ ਤੇ ਕੰਸੈਂਸਸ ਨਾਲ ਹੀ ਕੋਈ ਰਾਏ ਦਿੱਤੀ ਜਾਂਦੀ ਹੈ। ਵੈਸੇ ਦਲਜੀਤ ਚੀਮਾ ਉਹਨਾਂ ਨਾਲ ਵੀ ਗੱਲਬਾਤ ਹੋਈ, ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਚੇਂਜਸ ਕਰਨ ਦੀ ਜ਼ਰੂਰਤ ਹੈ। ਇਕਬਾਲ ਝੁੰਦਾ ਉਹਨਾਂ ਨੇ ਕੱਲ ਇਹ ਗੱਲ ਕਹੀ ਕਿ ਪਾਰਟੀ ਨਵੀਂ ਸਟ੍ਰੈਟਜੀ ਦੇ ਨਾਲ ਕੋਈ ਚੇਂਜਸ ਲੈ ਕੇ ਆ ਰਹੀ ਹੈ। ਤੁਹਾਨੂੰ ਕਿਹੜੇ ਚੇਂਜਸ ਲੱਗਦੇ ਕਿ ਇਸ ਚੇਂਜਸ ਦੀ ਜ਼ਰੂਰਤ ਹੈ ਪਾਰਟੀ ਦੇ ਅੰਦਰ, ਪਾਰਟੀ ਨੂੰ ਉਭਾਰਨ ਲਈ, ਅਕਾਲੀ ਦਲ ਨੂੰ ਉਭਾਰਨ ਲਈ? ਬੜੀਆਂ ਇਹ ਤਾਂ ਗੱਲ ਜੇ ਪਾਰਟੀ ਦੇ ਅੱਜ ਹਾਲਾਤ ਨੇ ਜਾਂ ਪਾਰਟੀ ਇਸ ਸਥਿਤੀ 'ਚ ਪਹੁੰਚੀ ਆ, ਕੁਦਰਤੀ ਤੌਰ ਤੇ ਕਿਤੇ ਨਾ ਕਿਤੇ ਘਾਟਾਂ, ਕਿਤੇ ਨਾ ਕਿਤੇ ਕਮੀਆਂ ਤਾਂ ਹੈ ਹੀ ਆ। ਔਰ ਜਿਹੜੇ ਵੈਲਵਿਸ਼ਰ ਨੇ ਉਹ ਜ਼ਰੂਰ ਚਾਹੁੰਗੇ ਵੀ ਉਹ ਕਮੀਆਂ ਦੂਰ ਕਰਕੇ ਕੋਈ ਚੰਗੇ ਸੁਝਾਅ ਲਿਆ ਕੇ ਉਹਨਾਂ ਨੂੰ। ਵਡਾਲਾ ਜੋ ਬਿਆਨਬਾਜ਼ੀ ਕਰ ਰਹੇ ਨੇ ਲੀਡਰਸ਼ਿਪ ਨੂੰ ਲੈ ਕੇ, ਰਾਸ਼ਟਰਪਤੀ ਲਈ ਉਹਨਾਂ ਨੇ ਵੋਟ ਤੱਕ ਨਹੀਂ ਪਾਇਆ। ਤੁਸੀਂ ਵੀ ਸੰਸਦ ਰਹੇ ਹੋ, ਕਿ ਇਸ ਫਰਕ ਕੀ ਪੈਂਦਾ ਇਹ ਚੀਜ਼ਾਂ? ਇਹ ਹਰ ਬੰਦੇ ਦੀ, ਪਾਰਟੀਆਂ 'ਚ ਹਰ ਬੰਦੇ ਦੀ ਆਪਣੀ ਰਾਏ ਹੁੰਦੀ ਆ, ਠੀਕ ਹੈ ਨਾ ਜੀ। ਰਾਏ ਦੇਣ ਦਾ ਉਹਨੂੰ ਹੱਕ ਹੁੰਦਾ ਤੇ ਉਹਦੇ ਬਲਕਿ ਜਿਹੜੀ ਵੀ ਕੋਈ ਰਾਏ ਦਿੰਦਾ ਪਾਰਟੀ ਹਿੱਤ 'ਚ ਦਿੰਦਾ, ਕਿਉਂਕਿ ਪਾਰਟੀ ਸਾਰਿਆਂ ਨੂੰ ਪਿਆਰੀ ਹੁੰਦੀ ਆ। ਪਾਰਟੀ ਨੂੰ ਕਿਸੇ ਦੀ ਰਾਏ ਜੇ ਨਹੀਂ ਵੀ ਕਿਸੇ ਚੰਗੀ ਲੱਗਦੀ ਤਾਂ ਮਤਲਬ ਇਹ ਨਹੀਂ ਹੈ ਵੀ ਉਹ ਰਾਏ ਗਲਤ ਹੁੰਦਾ ਜਾਂ ਭਾਵਨਾ ਨਾਲ ਦਿੰਦਾ। ਉਹ ਰਾਏ ਦਾ ਮਕਸਦ ਉਹਦੀ ਆਪਦੀ ਸੋਚ ਹੋ ਸਕਦੀ ਆ, ਉਹ ਠੀਕ ਹੋਵੇ ਗਲਤ ਹੋਵੇ, ਉਹਦੇ 'ਚ ਕਿਵੇਂ ਸੁਧਾਰ ਕਰਨਾ ਇਹ ਅਲੱਗ ਗੱਲ ਆ। ਤੁਹਾਨੂੰ ਲੱਗਦਾ ਹੈ ਮਨਪ੍ਰੀਤ ਇਆਲੀ ਉਹਨਾਂ ਦੇ ਸੁਝਾਅ ਸਹੀ ਸੀਗੇ ਪਾਰਟੀ ਲਈ? ਇਹ ਮੈਂ ਕਿਵੇਂ ਕਮੈਂਟ ਕਰ ਸਕਦਾ ਵੀ ਕਿ ਮਨਪ੍ਰੀਤ ਇਆਲੀ ਨੇ ਆਪਦੀ ਗੱਲ ਠੀਕ ਸਮਝ ਕੇ ਸੋਚ ਕੇ ਹੀ ਕੋਈ ਵਿਚਾਰ ਦਿੱਤੇ ਤੇ ਹਰ ਬੰਦੇ ਦੇ ਵਿਚਾਰਾਂ ਦੀ ਮੈਂ ਤਾਂ ਕਹਿੰਦਾ ਕਦਰ ਹੋਣੀ ਚਾਹੀਦੀ ਆ। ਹਾਂ, ਜੇ ਉਹਦੇ 'ਚ ਕੋਈ ਮਤਭੇਦ ਆ ਜਾਂ ਉਹਦੇ 'ਚ ਕੋਈ ਹੋਰ ਅਮੈਂਡਮੈਂਟ ਕਰਨੀ ਆ, ਉਹ ਡਿਸਕਸ਼ਨ ਦੇ ਵਿੱਚ ਹੋ ਸਕਦੀ ਆ। ਉਹੀ ਮੈਂ ਕਿਹਾ ਸੀ ਨਾ ਵੀ ਸਮੀਖਿਆ ਕਮੇਟੀ ਜਿਹੜੀ ਆ ਉਹਦਾ ਨਾਂ ਹੀ ਸਮੀਖਿਆ ਕਮੇਟੀ ਸੀ। ਸਮੀਖਿਆ ਦਾ ਮਤਲਬ ਸਮੀਖਿਆ ਕਰਨਾ ਹੁੰਦਾ।